सत श्री अकाल प्यारे दोस्तों, शायद कमला टीवी विच तुहाडा स्वागत है। ਹੁਣ तक ਅਸੀਂ ਭਾਰਤ ਦੇ ਸੰਵਿਧਾਨ ਵਿੱਚੋਂ ਜਿੰਨੇ ਵੀ ਆਰਟੀਕਲ ਤੁਹਾਨੂੰ ਪੜ੍ਹ ਕੇ ਸੁਣਾਏ ਜਾਂ ਤੁਹਾਡੇ ਅੱਗੇ ਪੇਸ਼ ਕੀਤੇ ਨੇ, ਇਹਨਾਂ ਆਰਟੀਕਲਾਂ ਨੂੰ ਪੜ੍ਹਨ ਦਾ ਮੇਨ ਮਕਸਦ ਇਹੀ ਹੈ ਕਿ ਤੁਹਾਡੇ ਜੀਵਨ ਵਿੱਚ ਇਸ ਭਾਰਤ ਦੇ ਸੰਵਿਧਾਨ ਨੂੰ ਸ਼ਾਮਲ ਕਰਨ ਉਪਰੰਤ ਤੁਹਾਡੇ ਜੀਵਨ ਵਿੱਚ ਕੁਝ ਬਦਲਾਅ ਆ ਸਕਣ, ਤਾਂ ਕਿ ਤੁਸੀਂ ਆਪਣੇ ਤੇ ਆਪਣੇ ਬੱਚਿਆਂ ਦੇ ਹੱਕਾਂ ਪ੍ਰਤੀ ਸੁਚੇਤ ਰਹੋ। ਤੁਹਾਨੂੰ ਪਤਾ ਲੱਗ ਸਕੇ ਕਿ ਇਸ ਭਾਰਤ ਦੇ ਸੰਵਿਧਾਨ ਅੰਦਰ ਤੁਹਾਡੇ ਲਈ ਕੀ ਲਿਖਿਆ। ਮੈਂ ਰੋਜ਼ਾਨਾ ਇੱਕੋ ਬੇਨਤੀ ਕਰਦਾ ਰਹਿਣਾ ਕਿ ਕੁਝ ਲੋਕਾਂ ਦੀ ਸੋਚ ਆ ਕਿ ਭਾਰਤ ਦਾ ਸੰਵਿਧਾਨ ਕਿਸੇ ਸ਼੍ਰੇਣੀ, ਕਿਸੇ ਜਾਤੀ ਜਾਂ ਕਿਸੇ ਧਰਮ ਜਾਂ ਕਿਸੇ ਮਜ਼ਹਬ ਨਾਲ ਰਿਲੇਟਡ ਹੈ। ਮੈਂ ਇਹੀ ਕਹਿਣਾ ਚਾਹੁੰਦਾ ਕਿ ਭਾਰਤ ਦਾ ਸੰਵਿਧਾਨ ਕਿਸੇ ਜਾਤੀ, ਕਿਸੇ ਤਬਕੇ, ਕਿਸੇ ਮਜ਼ਹਬ ਜਾਂ ਕਿਸੇ ਸੂਚੀ ਦਾ ਨਹੀਂ। ਭਾਰਤ ਦਾ ਸੰਵਿਧਾਨ ਤੁਹਾਡੇ ਲੋਕਾਂ ਲਈ ਤੇ ਤੁਹਾਡੇ ਲੋਕਾਂ ਨੂੰ ਹੀ ਸਮਰਪਿਤ ਕੀਤਾ ਗਿਆ ਹੈ। ਇਸ ਭਾਰਤ ਦੇ ਸੰਵਿਧਾਨ ਨੂੰ ਲਿਖਣ ਲਈ ਲੋੜ ਇਸ ਕਰਕੇ ਪਈ ਕਿਉਂਕਿ ਜੋ ਤੁਹਾਡੇ ਹੱਕ ਸੀ ਉਹਨਾਂ ਵਿੱਚ ਤੁਹਾਨੂੰ ਜੋ ਅਧਿਕਾਰ ਨਹੀਂ ਸੀ, ਇਸ ਭਾਰਤ ਦੇ ਸੰਵਿਧਾਨ ਦੇ ਅੰਦਰ ਬਾਬਾ ਸਾਹਿਬ ਨੇ ਤੁਹਾਨੂੰ ਬਰਾਬਰ ਦੇ ਅਧਿਕਾਰ ਲੈ ਕੇ ਦਿੱਤੇ, ਤਾਂ ਕਿ ਤੁਹਾਡੇ ਜਾਂ ਨੀਵੀਆਂ ਪਛੜੀਆਂ ਸ਼੍ਰੇਣੀਆਂ ਦੇ ਨਾਲ ਧੱਕਾ ਨਾ ਹੋ ਸਕੇ ਤੇ ਉਹਨਾਂ ਨੂੰ ਬਰਾਬਰ ਦੇ ਅਧਿਕਾਰ ਤੇ ਬਰਾਬਰ ਦੇ ਹੱਕ ਮਿਲ ਸਕਣ। ਇਸ ਭਾਰਤ ਦੇ ਸੰਵਿਧਾਨ ਦੇ ਅੰਦਰ ਤੁਹਾਡੇ ਲਈ ਤੁਹਾਡੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੀਤੀ ਗਈ ਹੈ ਤੇ ਤੁਹਾਨੂੰ ਹੀ ਇਹ ਭਾਰਤ ਦਾ ਸੰਵਿਧਾਨ ਸਮਰਪਿਤ ਹੈ। ਹੁਣ ਤੱਕ ਅਸੀਂ ਆਰਟੀਕਲ 290 ਤੱਕ ਪੜ੍ਹ ਚੁੱਕੇ ਹਾਂ, ਜਿਸ ਵਿੱਚ ਤੁਹਾਨੂੰ ਹਰ ਇੱਕ ਵਿਸ਼ੇ ਤੇ ਚੰਗੀ ਤਰ੍ਹਾਂ ਜਾਣੂ ਕਰਵਾਇਆ ਗਿਆ ਹੈ। ਹੋ ਸਕਦਾ ਹੈ ਕੁਝ ਵਿਸ਼ਿਆਂ ਤੇ ਜਾਂ ਕੁਝ ਆਰਟੀਕਲਾਂ ਤੇ ਤੁਹਾਨੂੰ ਕੁਝ ਮੁਸ਼ਕਲ ਆਉਂਦੀ ਹੋਵੇ, ਤਾਂ ਸਾਡੀ ਇਹੀ ਬੇਨਤੀ ਹੈ ਕਿ ਤੁਸੀਂ ਆਪਣੇ ਕਮੈਂਟ ਬਾਕਸ ਵਿੱਚ ਸਾਡੇ ਕੋਲੋਂ ਅਗਰ ਕਿਸੇ ਆਰਟੀਕਲ ਪ੍ਰਤੀ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਤੁਹਾਨੂੰ ਸਾਡੀ ਵੀਡੀਓ ਰਾਹੀਂ ਕੁਝ ਸਮਝ ਨਹੀਂ ਆਉਂਦਾ, ਤਾਂ ਤੁਸੀਂ ਆਪਣੇ ਕਮੈਂਟਾਂ ਵਿੱਚ ਸਾਨੂੰ ਮੈਸੇਜ ਦੇ ਸਕਦੇ ਹੋ ਜਾਂ ਸਾਨੂੰ ਸੂਚਿਤ ਕਰ ਸਕਦੇ ਹੋ ਕਿ ਇਸ ਆਰਟੀਕਲ ਪ੍ਰਤੀ ਜਾਂ ਇਸ ਸੰਵਿਧਾਨ ਵਿੱਚ ਲਿਖੀ ਜੋ ਗੱਲਾਂ ਨੇ ਉਸ ਪ੍ਰਤੀ ਸਾਨੂੰ ਜਾਣਕਾਰੀ ਨਹੀਂ ਮਿਲੀ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਸੰਤੁਸ਼ਟੀ ਦੇ ਸਕੀਏ। ਸੋ ਮੇਰੀ ਵਾਰ-ਵਾਰ ਇਹ ਬੇਨਤੀ ਕਿ ਭਾਰਤ ਦਾ ਸੰਵਿਧਾਨ ਤੁਹਾਡਾ ਆਪਣਾ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਤੁਹਾਡੇ ਲੋਕਾਂ ਨੂੰ ਹੀ ਸਮਰਪਿਤ ਕੀਤਾ ਹੈ। ਸੋ ਇਸ ਸੰਵਿਧਾਨ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਸ਼ਾਮਲ ਕਰੋ ਤੇ ਆਪਣੇ ਬੱਚਿਆਂ ਦੇ ਸਕੂਲੀ ਬੈਗ ਵਿੱਚ ਤੇ ਸਕੂਲੀ ਕਲਾਸਾਂ ਦੀ ਕਿਤਾਬ ਵਿੱਚ ਇਸ ਸੰਵਿਧਾਨ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸੋ ਹੁਣ ਤੱਕ ਅਸੀਂ ਤੁਹਾਨੂੰ ਆਰਟੀਕਲ 290 ਤੱਕ ਪੜ੍ਹ ਕੇ ਜਾਣਕਾਰੀ ਦੇ ਚੁੱਕੇ ਹਾਂ। ਹੁਣ ਤੋਂ ਉਸ ਤੋਂ ਅੱਗੇ ਅਸੀਂ ਪੜ੍ਹ ਕੇ ਤੁਹਾਨੂੰ ਜਾਣਕਾਰੀ, ਤੁਹਾਡੀ ਜਾਣਕਾਰੀ ਵਿੱਚ ਹੋਰ ਵਾਧਾ ਕਰਾਂਗੇ। ਆਓ ਪੜ੍ਹੋ ਅੱਗੇ ਕੀ ਲਿਖਿਆ ਹੈ। ਕੁਝ ਮੰਤਰਾਂ ਸਵੱਤੀ ਰਕਮਾਂ ਨੂੰ ਸਾਲਾਨਾ ਦੇਣਦਾਰੀ। ਹਰ ਸਾਲ 46 ਲੱਖ ਦੀ ਰਕਮ ਕੇਰਲ ਰਾਜ ਦੀ ਸੂਚੀ ਨਿਧੀ ਵਿੱਚ ਚਾਰਜ ਕੀਤੀ ਜਾਵੇਗੀ ਅਤੇ ਉਸ ਨਿਧੀ ਵਿੱਚ ਤਿਰੁਨਾਕਲ ਨਿਧੀ ਵਿੱਚ ਦਿੱਤੀ ਜਾਵੇਗੀ ਅਤੇ ਹਰ ਵਰੇ 13,50,000 ਦੀ ਰਕਮ ਤਾਮਿਲਨਾਡੂ ਰਾਜ ਦੀ ਸੰਚਿਤ ਨਿਧੀ ਤੇ ਭਾਰਤ ਕੀਤੀ ਜਾਵੇਗੀ ਅਤੇ ਉਸ ਰਕਮ ਵਿੱਚੋਂ 1 ਨਵੰਬਰ 1956 ਨੂੰ ਉਸ ਰਾਜ ਨੂੰ ਤਿਰਵਾਕਰ ਕੋਚੀਨ ਰਾਜ ਤੋਂ ਬਦਲੇ ਰਾਜ ਖੇਤਰਾਂ ਦੇ ਹਿੰਦੂ ਮੰਦਿਰਾਂ ਤੇ ਪਵਿੱਤਰ ਸਥਾਨਾਂ ਦੇ ਰੱਖ ਰਖਾਅ ਲਈ ਰਾਜ ਵਿੱਚ ਸਥਾਪਿਤ ਮੰਦਿਰਾਂ ਬਾਰੇ ਨੀਤੀ ਵੀ ਭੇਜੀ ਜਾਵੇਗੀ। ਅਧਿਆਇ 2 ਉਧਾਰ ਲੈਣਾ। ਆਰਟੀਕਲ 292 ਵਿੱਚ ਭਾਰਤ ਦੁਆਰਾ ਉਧਾਰ ਲੈਣਾ। ਉਧਾਰ ਲੈਣ ਵਿੱਚ ਕੀ ਸ਼ਕਤੀਆਂ ਹੁੰਦੀਆਂ ਤੇ ਕੀ ਕਰਨਾ ਪੈਂਦਾ, ਤੁਸੀਂ ਆਰਟੀਕਲ 292 ਵਿੱਚ ਪੜ੍ਹ ਸਕਦੇ ਹੋ। ਸੰਘ ਦੀ ਕਾਰਜਪਾਲਕਾ ਸ਼ਕਤੀ ਦਾ ਵਿਸਥਾਰ, ਭਾਰਤ ਦੀ ਸੰਚਿਤ ਨਿਧੀ ਸਿਕਿਉਰਿਟੀ ਤੋਂ
ਐਸੀਆਂ ਹੱਦਾਂ ਦੇ ਅੰਦਰ ਜੇ ਕੋਈ ਹੋਣ ਜਿਨ੍ਹਾਂ ਨੂੰ ਸੰਸਦ ਵਿੱਚ ਸਮੇਂ-ਸਮੇਂ ਤੇ ਨਿਸ਼ਚਿਤ ਕੀਤਾ ਜਾਂਦਾ, ਉਧਾਰ ਲੈਣ ਤੱਕ ਅਜਿਹੀਆਂ ਹੱਦਾਂ ਦੇ ਅੰਦਰ ਜੇ ਕੋਈ ਹੋਣ ਜਿਨ੍ਹਾਂ ਨੂੰ ਇਸ ਪ੍ਰਕਾਰ ਨਿਸ਼ਚਿਤ ਕੀਤਾ ਜਾਵੇ, ਭਾਵ ਗਰੰਟੀਆਂ ਦੇਣ ਤੱਕ ਸਭ ਕੁਝ ਇਸ ਵਿੱਚ ਮੌਜੂਦ ਹੈ। ਆਰਟੀਕਲ 293 ਰਾਜਾਂ ਦੁਆਰਾ ਉਧਾਰ ਲੈਣਾ। ਜਿਵੇਂ ਸਾਡਾ ਪੰਜਾਬ ਇੱਕ ਰਾਜ ਹੈ, ਅਗਰ ਸਾਡੇ ਪੰਜਾਬ ਨੇ ਕਿਸੇ ਤੋਂ ਉਧਾਰ ਲੈਣਾ ਜਾਂ ਸਾਡੇ ਦੇਸ਼ ਨੇ ਕਿਸੇ ਹੋਰ ਦੇਸ਼ਾਂ ਤੋਂ ਉਧਾਰ ਲੈਣਾ, ਤਾਂ ਉਸ ਵਿੱਚ ਕੀ ਜ਼ਿੰਮੇਵਾਰੀਆਂ ਹੁੰਦੀਆਂ ਤੇ ਕਿਉਂ ਸਿਕਿਉਰਟੀਆਂ ਹੁੰਦੀਆਂ ਤੇ ਉਸ ਦਾ ਬਿਊਰਾ ਕਿਸ ਤਰ੍ਹਾਂ ਹੁੰਦਾ ਹੈ, ਉਹ ਤੁਸੀਂ ਭਾਰਤ ਦੇ ਸੰਵਿਧਾਨ ਦੇ 293 ਆਰਟੀਕਲ ਵਿੱਚ ਪੜ੍ਹ ਸਕਦੇ ਹੋ। ਰਾਜ ਦੀ ਕਾਰਜਪਾਲਿਕਾ ਸ਼ਕਤੀ ਦਾ ਵਿਸਥਾਰ। ਉਸ ਰਾਜ ਦੀ ਸੰਚਿਤ ਨਿਧੀ ਦੀ ਸਿਕਿਉਰਿਟੀ ਉੱਤੇ ਅਜਿਹੀਆਂ ਸੇਵਾਵਾਂ ਦੇ ਅੰਦਰ ਜੇ ਸੇਵਾਵਾਂ ਹੋਣ ਜਿਨ੍ਹਾਂ ਨੂੰ ਐਸੇ ਰਾਜ ਦਾ ਵਿਧਾਨ ਮੰਡਲ ਸਮੇਂ-ਸਮੇਂ ਤੇ ਕਾਨੂੰਨ ਦੁਆਰਾ ਨਿਸ਼ਚਿਤ ਕਰੇ, ਭਾਰਤ ਦੇ ਰਾਜ ਖੇਤਰ ਦੇ ਅੰਦਰ ਉਧਾਰ ਲੈਣ ਤੱਕ ਅਜਿਹੀਆਂ ਹੱਦਾਂ ਦੇ ਅੰਦਰ ਜੇ ਉਹ ਹੱਦਾਂ ਹੋਣ ਤਾਂ ਜਿਨ੍ਹਾਂ ਨੂੰ ਇਸ ਪ੍ਰਕਾਰ ਨਿਸ਼ਚਿਤ ਕੀਤਾ ਜਾਵੇ, ਸਿਕਿਉਰਿਟੀ ਦਿੱਤੀ ਜਾਵੇ, ਉਸ ਰਾਜ ਨੂੰ ਇਹਨਾਂ ਜ਼ਿੰਮੇਵਾਰੀਆਂ ਨਿਭਾਉਣ ਤੇ ਜਾਂ ਵਿਸਤਾਰ ਪੂਰਵਕ ਜਾਣਕਾਰੀ ਦੇਣ ਤੇ ਉਹ ਕਿ ਕਿੰਨਾ ਉਧਾਰ ਲੈਣ ਵਿੱਚ ਸਮਰੱਥ ਹੈ, ਉਸ ਪ੍ਰਤੀ ਇਸ ਆਰਟੀਕਲ ਵਿੱਚ ਤੁਹਾਨੂੰ ਜਾਣੂ ਕਰਵਾਇਆ ਗਿਆ। ਭਾਰਤ ਸਰਕਾਰ ਕਿਸੇ ਰਾਜ ਨੂੰ ਉਧਾਰ ਦੇ ਸਕਦੀ ਹੈ। ਜੋ ਸਾਡੀ ਭਾਰਤ ਦੀ ਸਰਕਾਰ ਹੈ ਉਹ ਕਿਸੇ ਰਾਜ ਨੂੰ ਉਧਾਰ ਦੇ ਸਕਦੀ ਹੈ। ਇਸ ਵਿੱਚ ਉਹਨਾਂ ਕੋਲ ਫੁੱਲ ਸ਼ਕਤੀਆਂ ਹੁੰਦੀਆਂ ਨੇ। ਇਸ ਉਧਾਰ ਦੇਣ ਲਈ ਪ੍ਰਬੰਧਾਂ ਦੀ ਰਕਮ ਭਾਰਤ ਸੰਚਿਤ ਨਿਧੀ ਉੱਤੇ ਭਾਰਤ ਕੀਤੀਆਂ ਜਾਣ। ਜਿਸ ਕਿਸੇ ਕਿਸਮ ਦਾ ਭਾਰਤ ਸਰਕਾਰ ਕਿਸੇ ਰਾਜਾਂ ਨੂੰ ਉਧਾਰ ਦਿੰਦੀ ਹੈ ਤਾਂ ਉਸ ਦਾ ਪੂਰਾ ਬਿਊਰਾ, ਉਸ ਦੀ ਪੂਰੀ ਜਾਣਕਾਰੀ ਰਾਜ ਨੂੰ ਮੁਹੱਈਆ ਕਰਵਾਉਂਦੀ ਹੈ। ਜੇ ਕਿਸੇ ਐਸੇ ਉਧਾਰ ਜੋ ਭਾਰਤ ਸਰਕਾਰ ਨੇ ਜਾਂ ਉਸ ਤੋਂ ਪਹਿਲਾਂ ਦੀ ਸਰਕਾਰ ਨੇ ਉਸ ਰਾਜ ਨੂੰ ਦਿੱਤਾ ਸੀ ਜਾਂ ਜਿਸ ਸੰਬੰਧ ਵਿੱਚ ਭਾਰਤ ਸਰਕਾਰ ਨੇ ਜੋ ਪਹਿਲੀ ਸਰਕਾਰ ਦੀ ਗਾਰੰਟੀ ਦਿੱਤੀ ਸੀ, ਕੋਈ ਹਿੱਸਾ ਬਕਾਇਆ ਬਚਦਾ ਹੈ ਤਾਂ ਉਹ ਰਾਜ ਭਾਰਤ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਕੋਈ ਉਧਾਰ ਨਹੀਂ ਲੈ ਸਕਦਾ। ਆਰਟੀਕਲ 293 ਵਿੱਚ ਲਿਖਿਆ ਹੈ, ਅਗਰ ਇਸ ਮੌਜੂਦਾ ਸਰਕਾਰ ਤੋਂ ਪਹਿਲਾਂ ਉਸ ਰਾਜ ਨੇ ਉਧਾਰ ਲਿਆ ਹੈ ਤੇ ਭਾਰਤ ਸਰਕਾਰ ਨੇ ਉਸ ਉਧਾਰ ਦੀ ਗਾਰੰਟੀ ਲਈ ਹੈ, ਤਾਂ ਜੋ ਮੌਜੂਦਾ ਸਰਕਾਰ ਹੈ ਉਹ ਭਾਰਤ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਕੋਈ ਉਧਾਰ ਨਹੀਂ ਲੈ ਸਕਦੀ। ਉਹਨਾਂ ਨੂੰ ਬਿਊਰਾ ਦੇਣਾ ਪਵੇਗਾ ਕਿ ਪਿਛਲਾ ਜੋ ਉਧਾਰ ਸੀ ਉਹ ਕਿੰਨਾ ਸੀ ਤੇ ਜੋ ਹੁਣ ਵਾਲਾ ਉਧਾਰ ਹੈ ਤੇ ਕਿੰਨਾ ਲੈਣਾ ਤੇ ਕਿਸ ਆਧਾਰ ਤੇ ਲੈਣਾ, ਤੇ ਉਹਨਾਂ ਨੂੰ ਇਸ ਉਧਾਰ ਲੈਣ ਦੀ ਲੋੜ ਕਿਉਂ ਆ, ਜ਼ਰੂਰਤ ਕਿਉਂ ਆ, ਉਹ ਭਾਰਤ ਦੇ ਸੰਵਿਧਾਨ ਦੇ 293 ਨੰਬਰ ਵਿੱਚ ਤੁਸੀਂ ਪੜ੍ਹ ਸਕਦੇ ਹੋ। ਅਧਿਆਇ 3 ਜਾਇਦਾਦ, ਠੇਕੇ, ਅਧਿਕਾਰ, ਜ਼ਿੰਮੇਵਾਰੀਆਂ, ਦੇਣਦਾਰੀਆਂ ਅਤੇ ਮੁਕੱਦਮੇ ਦਾਅਵੇ। ਆਰਟੀਕਲ 294 ਅੰਦਰ ਕੁਝ ਮਾਮਲਿਆਂ ਵਿੱਚ ਉਪਰੋਕਤ ਬਾਰੇ ਅਧਿਕਾਰ ਸੰਵਿਧਾਨ ਦੇ ਲਾਗੂ ਹੋਣ ਤੋਂ ਸ਼ੁਰੂ ਹੈ। ਜੋ ਸੰਵਿਧਾਨ ਦੇ ਆਰਟੀਕਲ 294 ਵਿੱਚ ਲਿਖਿਆ ਹੈ, ਕੁਝ ਮਾਮਲਿਆਂ ਵਿੱਚ ਉਪਰੋਕਤ ਬਾਰੇ ਜੋ ਅਧਿਕਾਰ ਹੁੰਦੇ ਨੇ ਉਹ ਸੰਵਿਧਾਨ ਦੇ ਲਾਗੂ ਹੋਣ ਤੋਂ ਸ਼ੁਰੂ ਹੋਏ ਨੇ ਕਿ ਉਹਨਾਂ ਵਿੱਚ ਕਿਸ ਤਰ੍ਹਾਂ ਦਾ ਵਿਸਤਾਰ ਪੂਰਵਕ ਜਾਣਕਾਰੀ ਮੁਹੱਈਆ ਹੈ, ਉਹ ਤੁਸੀਂ ਪੜ੍ਹ ਸਕਦੇ ਹੋ। ਆਰਟੀਕਲ 295 ਦੂਜੇ ਮਾਮਲਿਆਂ ਵਿੱਚ ਸੰਮਤੀ ਅਧਿਕਾਰ, ਦਾਅਵੇਦਾਰੀਆਂ, ਜ਼ਿੰਮੇਵਾਰੀਆਂ ਦਾ ਅਧਿਕਾਰ। ਦੂਜੀ ਕੋਈ ਵੀ ਜਾਇਦਾਦ ਜੋ ਕਿਸੇ ਭਾਰਤੀ ਸਟੇਟ ਵਿੱਚ ਹੈ ਉਹ ਸਾਰੀ ਅਜਿਹੇ ਸਮਝੌਤੇ ਅਧੀਨ ਰਹਿੰਦੇ ਹੋਏ ਭਾਰਤ ਸਰਕਾਰ ਵਿੱਚ ਨਿਹਿਤ ਹੋਵੇਗੀ, ਭਾਰਤ ਸਰਕਾਰ ਵਿੱਚ ਸ਼ਾਮਲ ਹੋਵੇਗੀ। ਆਰਟੀਕਲ 296 ਵਿੱਚ ਭਾਰਤ ਦੇ ਰਾਜ ਖੇਤਰਾਂ ਵਿੱਚ ਕੋਈ ਜਾਇਦਾਦ ਤੇ ਸੰਵਿਧਾਨ ਲਾਗੂ ਨਹੀਂ ਹੋਇਆ ਹੁੰਦਾ। ਭਾਰਤ ਦੇ ਰਾਜ ਖੇਤਰ ਵਿੱਚ ਅਗਰ ਕੋਈ ਐਸੀ ਜਾਇਦਾਦ ਹੈ ਜਿਨ੍ਹਾਂ ਤੇ ਭਾਰਤ ਦਾ ਸੰਵਿਧਾਨ ਲਾਗੂ ਨਹੀਂ ਹੋਇਆ
ਜੇ ਉਹ ਜਾਇਦਾਦ ਕਿਸੇ ਰਾਜ ਵਿੱਚ ਸਥਿਤ ਹੈ ਤਾਂ ਉਸ ਰਾਜ ਵਿੱਚ ਕਿਸੇ ਹੋਰ ਹਾਲਤ ਵਿੱਚ ਸੰਘ ਵਿੱਚ ਨਿਹਿਤ ਨਹੀਂ ਹੋਵੇਗੀ। ਆਰਟੀਕਲ 297 ਰਾਜ ਖੇਤਰੀ ਸਾਗਰ ਖੰਡ ਜਾਂ ਮਹਾਂਦੀਪ ਭੂਮੀ ਵਿੱਚ ਸਥਿਤ ਮੁੱਲਵਾਨ ਚੀਜ਼ਾਂ ਅਤੇ ਹੋਰ ਆਰਥਿਕ ਖੇਤਰਾਂ ਤੇ ਸੰਪਤੀ ਸਰੋਤਾਂ ਦਾ ਸੰਘ ਵਿੱਚ ਨਿਹਿਤ ਹੋਣਾ। ਉਪਰੋਕਤ ਬਾਰੇ ਸਾਰੀ ਜ਼ਮੀਨ, ਖਣਿਜ ਤੇ ਹੋਰ ਮੁੱਲਵਾਨ ਚੀਜ਼ਾਂ ਸੰਘ ਦੀ ਮਲਕੀਅਤ ਹੋਣਗੀਆਂ। ਭਾਰਤ ਦੇ ਹੋਰ ਆਰਥਿਕ ਖੇਤਰਾਂ ਦੇ ਹੋਰ ਸਾਰੇ ਸੰਪਤ ਸਰੋਤ ਵੀ ਸੰਘ ਵਿੱਚ ਨਿਹਿਤ ਹੋਣਗੇ। ਸੰਘਾਂ ਦੇ ਉਦੇਸ਼ਾਂ ਲਈ ਹੋਣਗੇ। ਭਾਰਤ ਦਾ ਰਾਜ ਖੇਤਰੀ ਸੰਘ ਖੰਡ ਹੋਰ ਆਰਥਿਕ ਖੇਤਰਾਂ ਦੀਆਂ ਹੱਦਾਂ ਉਹੀ ਹੋਣਗੀਆਂ ਜੋ ਸੰਸਦ ਦੁਆਰਾ ਬਣਾਏ ਕਾਨੂੰਨ ਦੁਆਰਾ ਨਿਰਧਾਰਿਤ ਕੀਤੀਆਂ ਗਈਆਂ। ਆਰਟੀਕਲ ਨੰਬਰ 298 ਵਪਾਰ ਆਦਿ ਦੀਆਂ ਸ਼ਕਤੀਆਂ। ਆਰਟੀਕਲ ਨੰਬਰ 298 ਵਿੱਚ ਤੁਹਾਨੂੰ ਵਪਾਰ ਕਰਨ ਵਿੱਚ ਕੀ ਜ਼ਿੰਮੇਵਾਰੀਆਂ, ਕੀ ਸ਼ਕਤੀਆਂ ਮਿਲਦੀਆਂ ਹਨ, ਉਹ ਤੁਸੀਂ ਆਰਟੀਕਲ 298 ਦੇ ਵਿੱਚ ਵਿਸਤਾਰ ਰੂਪ ਵਿੱਚ ਪੜ੍ਹ ਸਕਦੇ ਹੋ। ਸੰਘ ਦੀ ਅਤੇ ਹੋਰ ਰਾਜ ਦੀ ਕਾਰਜਪਾਲਿਕਾ ਸ਼ਕਤੀ ਦਾ ਵਿਸਥਾਰ, ਵਪਾਰ ਜਾਂ ਕਾਰੋਬਾਰ ਕਰਨ ਅਤੇ ਕਿਸੇ ਉਦੇਸ਼ ਲਈ ਸੰਮਤੀ ਪ੍ਰਾਪਤ ਕਰਨਾ, ਧਾਰਨ ਕਰਨਾ ਤੇ ਸਮਝੌਤੇ ਦਾ ਅਧਿਕਾਰ ਹੋਵੇਗਾ। ਪਰੰਤੂ ਜਿੱਥੇ ਤੱਕ ਅਜਿਹਾ ਵਪਾਰ ਜਾਂ ਕਾਰੋਬਾਰ ਤੁਸੀਂ ਆਰਟੀਕਲ 298 ਵਿੱਚ ਜੋ ਦੇਖਿਆ ਕਿ ਸੰਘ ਅਤੇ ਰਾਜ ਕਾਰਜਪਾਲਿਕਾ ਸ਼ਕਤੀ ਦਾ ਵਿਸਥਾਰ, ਵਪਾਰ ਜਾਂ ਕਾਰੋਬਾਰ ਕਰਨ ਤੇ ਕਿਸੇ ਉਦੇਸ਼ ਲਈ ਸੰਪਤੀ ਪ੍ਰਾਪਤ ਕਰਨਾ, ਧਾਰਨ ਕਰਨਾ ਤੇ ਸਮਝੌਤੇ ਦਾ ਅਧਿਕਾਰ ਹੋਵੇਗਾ। ਪਰੰਤੂ ਜਿੱਥੇ ਤੱਕ ਅਜਿਹਾ ਵਪਾਰ ਜਾਂ ਕਾਰੋਬਾਰ ਜਾਂ ਅਜਿਹਾ ਉਦੇਸ਼ ਉਹ ਨਹੀਂ ਹੈ ਜਿਸ ਦੇ ਸੰਬੰਧ ਵਿੱਚ ਸੰਸਦ ਕਾਨੂੰਨ ਬਣਾ ਸਕਦੀ ਹੈ, ਜਿੱਥੇ ਤੱਕ ਸੰਘ ਦੀ ਉਪਰੋਕਤ ਕਾਰਜਪਾਲਿਕਾ ਸ਼ਕਤੀ ਹੈ, ਰਾਜਾਂ ਵਿੱਚ ਉਸ ਰਾਜ ਦੇ ਵਿਧਾਨ ਦੇ ਅਧੀਨ ਹੋਵੇਗੀ ਅਤੇ ਜਿੱਥੇ ਤੱਕ ਅਜਿਹਾ ਵਪਾਰ ਜਾਂ ਕਾਰੋਬਾਰ ਜਾਂ ਐਸਾ ਉਦੇਸ਼ ਨਹੀਂ ਹੈ ਜਿਸ ਦੇ ਸੰਬੰਧ ਵਿੱਚ ਰਾਜ ਵਿਧਾਨ ਮੰਡਲ ਕਾਨੂੰਨ ਬਣਾ ਸਕਦਾ, ਉੱਥੇ ਤੱਕ ਹਰੇਕ ਰਾਜ ਦੀ ਕਥਿਤ ਨਗਰ ਕਾਰਜਪਾਲਿਕਾ ਸੰਸਦ ਸ਼ਕਤੀ ਦੇ ਵਿਧਾਨ ਦੇ ਅਧੀਨ ਹੋਵੇਗੀ। ਆਰਟੀਕਲ ਨੰਬਰ 299 ਵਿੱਚ ਲਿਖਿਆ ਕਿ ਇਸ ਪ੍ਰਤੀ ਵਪਾਰ ਪ੍ਰਤੀ ਤੁਹਾਡੀ ਸ਼ਕਤੀਆਂ ਪ੍ਰਤੀ ਇਕਰਾਰਨਾਮੇ ਕੀ ਨੇ। ਸੰਘ ਜਾਂ ਰਾਜ ਦੀ ਕਾਰਜਪਾਲਿਕਾ ਸ਼ਕਤੀ ਦੀ ਵਰਤੋਂ ਕਰਦੇ ਹੋਏ ਕੀਤੇ ਗਏ ਸਾਰੇ ਇਕਰਾਰਨਾਮੇ ਜਿਵੇਂ ਸਥਿਤੀ ਹੋਵੇ, ਰਾਸ਼ਟਰਪਤੀ ਦੁਆਰਾ ਜਾਂ ਰਾਜ ਦੇ ਰਾਜਪਾਲ ਦੁਆਰਾ ਕੀਤੇ ਜਾਂ ਕਹੇ ਜਾਣ ਵਾਲੇ, ਰਾਸ਼ਟਰਪਤੀ ਜਾਂ ਕਿਸੇ ਰਾਜ ਦਾ ਰਾਜਪਾਲ ਇਸ ਸੰਵਿਧਾਨ ਦੇ ਉਦੇਸ਼ਾਂ ਲਈ ਜਾਂ ਭਾਰਤ ਸਰਕਾਰ ਦੇ ਸੰਬੰਧ ਵਿੱਚ ਨਿੱਜੀ ਤੌਰ ਤੇ ਜ਼ਿੰਮੇਵਾਰ ਨਹੀਂ ਹੋਵੇਗਾ। ਆਰਟੀਕਲ ਨੰਬਰ 299 ਦੇ ਵਿੱਚ ਜੋ ਕਾਰਜਪਾਲਿਕਾ ਰਾਜ ਦੀ ਸ਼ਕਤੀ ਦੀ ਵਰਤੋਂ ਕਰਦੇ ਹੋਏ ਇਕਰਾਰਨਾਮੇ ਕੀਤੇ ਗਏ ਹਨ, ਅਜਿਹੀ ਸਥਿਤੀ ਵਿੱਚ ਰਾਸ਼ਟਰਪਤੀ ਦੁਆਰਾ ਪੰਜਾਬ ਜਾਂ ਰਾਜ ਦੇ ਰਾਜਪਾਲ ਦੁਆਰਾ ਇਹ ਇਕਰਾਰਨਾਮੇ ਕਹੇ ਜਾਣ। ਰਾਸ਼ਟਰਪਤੀ ਜਾਂ ਕਿਸੇ ਰਾਜ ਦਾ ਰਾਜਪਾਲ, ਜਿੱਦਾਂ ਸਾਡੇ ਪੰਜਾਬ ਦਾ ਰਾਜਪਾਲ ਹੋਵੇ, ਉਹ ਇਸ ਸੰਵਿਧਾਨ ਦੇ ਉਦੇਸ਼ਾਂ ਲਈ ਭਾਰਤ ਸਰਕਾਰ ਦੇ ਸੰਬੰਧ ਵਿੱਚ ਨਿੱਜੀ ਤੌਰ ਤੇ ਜ਼ਿੰਮੇਵਾਰ ਹੋਵੇਗਾ ਕਿ ਜੋ ਪੰਜਾਬ ਦੇ ਵਿੱਚ ਇਕਰਾਰਨਾਮੇ ਹੋਏ ਨੇ ਉਹ ਮੇਰੀ ਸਹਿਮਤੀ ਤੇ ਮੇਰੇ ਅਨੁਸਾਰ ਤੇ ਮੇਰੇ ਮੌਜੂਦਾ ਹੋਣ ਤੇ ਹੋਵੇ। ਆਰਟੀਕਲ ਨੰਬਰ 391 ਅਤੇ ਕਾਰਵਾਈ। ਭਾਰਤ ਸਰਕਾਰ ਭਾਰਤ ਸੰਘ ਨਾਂ ਤੇ ਦਾਅਵਾ ਲਾ ਸਕਦੀ ਹੈ ਅਤੇ ਕਿਸੇ ਰਾਜ ਦੀ ਸਰਕਾਰ ਉਸ ਰਾਜ ਦੇ ਨਾਂ ਤੇ ਦਾਅਵਾ ਦਾਇਰ ਕਰ ਸਕਦੀ ਹੈ। ਭਾਰਤ ਸਰਕਾਰ ਭਾਰਤ ਸੰਘ ਦੇ ਨਾਂ ਤੇ ਦਾਅਵਾ ਲਾ ਸਕਦੀ ਹੈ ਤੇ ਕਿਸੇ ਰਾਜ ਦੀ ਸਰਕਾਰ ਰਾਜ ਦੇ ਨਾਂ ਤੇ ਦਾਅਵਾ ਲਾ ਸਕਦੀ ਹੈ। ਅਧਿਆਇ 4 ਜਾਇਦਾਦ ਦਾ ਅਧਿਕਾਰ ਤੇ ਅਧਿਆਇ 4 ਵਿੱਚ ਤੁਸੀਂ ਪੜ੍ਹੋਗੇ ਕਿ ਜਾਇਦਾਦ ਦੇ ਅਧਿਕਾਰ ਪ੍ਰਤੀ ਕੀ ਕਾਨੂੰਨ ਨੇ
ਤੇ ਕੀ ਸਥਿਤੀਆਂ ਨੇ, ਕਿੰਨਾਂ ਵਿੱਚ ਕਿੱਦਾਂ ਦੀ ਜਾਇਦਾਦ ਤੁਸੀਂ ਵੇਚ ਸਕਦੇ ਹੋ ਜਾਂ ਕਿਸੇ ਜਾਇਦਾਦ ਤੋਂ ਕੋਈ ਵੰਚਿਤ ਨਹੀਂ ਰਹਿ ਸਕਦਾ। ਕਾਨੂੰਨ ਦੇ ਅਧਿਕਾਰਾਂ ਤੋਂ ਬਿਨਾਂ ਵਿਅਕਤੀ ਨੂੰ ਜਾਇਦਾਦ ਤੋਂ ਵੰਚਿਤ ਨਹੀਂ ਕੀਤਾ ਜਾ ਸਕਦਾ। ਭਾਗ 13 ਭਾਰਤ ਦੇ ਰਾਜ ਖੇਤਰ ਅੰਦਰ ਵਪਾਰ ਵਣਜ ਆਦਿ। ਆਰਟੀਕਲ ਨੰਬਰ 301 ਵਣਜ ਵਪਾਰ ਕਰਨ ਅਤੇ ਦੋਹਾਂ ਰਾਜ ਦੇ ਖੇਤਰਾਂ ਵਿੱਚ ਪੂਰੀ ਤਰ੍ਹਾਂ ਖੁੱਲ੍ਹ ਹੋਵੇਗੀ। ਅਗਰ ਤੁਸੀਂ ਕੋਈ ਵਣਜ ਜਾਂ ਵਪਾਰ ਕਰਨਾ ਹੈ ਤਾਂ ਕਿਸੇ ਵੀ ਰਾਜ ਵਿੱਚ ਤੁਸੀਂ ਆਪਣਾ ਵਣਜ ਵਪਾਰ ਕਰ ਸਕਦੇ ਹੋ। ਇਸ ਵਿੱਚ ਤੁਹਾਨੂੰ ਪੂਰੀ ਖੁੱਲ੍ਹ ਹੈ, ਕੋਈ ਰੋਕ ਨਹੀਂ ਹੋਵੇਗੀ। ਆਰਟੀਕਲ ਨੰਬਰ 302 ਵਣਜ ਅਧਿਕਾਰ। ਵਣਜ ਅਧਿਕਾਰ ਤੇ ਰੋਕਾਂ ਵਪਾਰ ਤੇ ਜੋ ਵੀ ਸ਼ਕਤੀਆਂ ਨੇ ਜਾਂ ਸੰਸਦੀय ਸ਼ਕਤੀਆਂ ਨੇ, ਇਸ ਵਿੱਚ ਕੀ ਕਾਨੂੰਨ ਲਾਗੂ ਹੁੰਦਾ ਹੈ ਤੇ ਤੁਹਾਡੀਆਂ ਸ਼ਕਤੀਆਂ ਤੇ ਤੁਹਾਡੀਆਂ ਜ਼ਿੰਮੇਵਾਰੀਆਂ ਕੀ ਨੇ, ਇਸ ਪ੍ਰਤੀ ਤੁਸੀਂ ਆਰਟੀਕਲ 302 ਨੰਬਰ ਵਿੱਚ ਪੜ੍ਹ ਸਕਦੇ ਹੋ। ਸੰਸਦ ਕਾਨੂੰਨ ਦੁਆਰਾ ਇੱਕ ਰਾਜ ਅਤੇ ਦੂਜੇ ਰਾਜ ਵਿੱਚ ਜਾਂ ਭਾਰਤ ਦੇ ਰਾਜ ਖੇਤਰਾਂ ਦੇ ਕਿਸੇ ਹਿੱਸੇ ਵਿੱਚ ਵਪਾਰ ਵਣਜ ਦੀ ਸੁਤੰਤਰਤਾ ਉੱਤੇ ਅਜਿਹੀਆਂ ਪਾਬੰਦੀਆਂ ਲਾ ਸਕਦੀ ਹੈ ਜੋ ਲੋਕ ਹਿੱਤਾਂ ਪੱਖੋਂ ਲੜਦੀਆਂ ਹੋਣ। ਆਰਟੀਕਲ ਨੰਬਰ 303 ਵਿੱਚ ਲਿਖਿਆ ਹੈ ਵਪਾਰ। ਆਰਟੀਕਲ ਨੰਬਰ 303 ਵਿੱਚ ਤੁਸੀਂ ਦੇਖਿਆ ਕਿ ਵਪਾਰ ਵਣਜ ਸੰਬੰਧ ਰਾਜ ਦੀਆਂ ਵਿਧਾਨਕ ਸ਼ਕਤੀਆਂ ਉੱਤੇ ਕੀ ਪਾਬੰਦੀਆਂ ਨੇ, ਕਿਸ ਤਰ੍ਹਾਂ ਤੁਸੀਂ ਰਾਜ ਕਰ ਸਕਦੇ ਹੋ ਤੇ ਕਿਸ ਤਰ੍ਹਾਂ ਪਾਬੰਦੀਆਂ ਦੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰ ਸਕਦੇ ਹੋ। ਆਓ ਪੜ੍ਹਦੇ ਹਾਂ ਆਰਟੀਕਲ ਨੰਬਰ 303 ਵਣਜ ਵਪਾਰ ਸੰਬੰਧੀ। ਸੰਸਦ ਕੋਲੇ ਸ਼ਕਤੀ ਨਹੀਂ ਹੋਵੇਗੀ ਕਿ ਉਹ ਇੱਕ ਰਾਜ ਤੋਂ ਦੂਜੇ ਰਾਜ ਨੂੰ ਪਹਿਲ ਦੇਵੇ ਜਾਂ ਦੋਹਾਂ ਰਾਜਾਂ ਵਿੱਚ ਭੇਦ ਭਾਵ ਕਰੇ। ਇਹ ਸ਼ਕਤੀ ਸੰਸਦ ਕੋਲ ਨਹੀਂ ਹੋਵੇਗੀ। ਨਾ ਹੀ ਇਹ ਸ਼ਕਤੀ ਵਿਧਾਨ ਮੰਡਲ ਕੋਲ, ਨਾ ਹੀ ਵਿਧਾਨ ਮੰਡਲਾਂ ਕੋਲ ਹੋਵੇਗੀ। ਪਰ ਕੋਈ ਗੱਲ ਸੰਸਦ ਨੂੰ ਅਜਿਹਾ ਕਾਨੂੰਨ ਬਣਾਉਣ ਤੋਂ ਨਹੀਂ ਰੋਕ ਸਕੇਗੀ ਜੋ ਅਜਿਹਾ ਭੇਦਭਾਵ ਕਰਦੀ ਹੈ ਜਾਂ ਵਿਤਕਰਾ ਕਰਦੀ ਹੈ ਕਿ ਇੱਕ ਰਾਜ ਨੂੰ ਦੂਜੇ ਰਾਜ ਵਿੱਚ ਵਣਜ ਜਾਂ ਵਪਾਰ ਕਰਨ ਵਿੱਚ ਮਨਾਹੀ ਕਰੇ। ਐਸੇ ਕਾਨੂੰਨ ਦੁਆਰਾ ਇਹ ਘੋਸ਼ਿਤ ਕੀਤਾ ਜਾਂਦਾ ਹੈ ਕਿ ਭਾਰਤ ਦੇ ਰਾਜ ਖੇਤਰਾਂ ਦੇ ਕਿਸੇ ਵੀ ਹਿੱਸੇ ਵਿੱਚ ਮਾਲ ਦੀ ਕਮੀ ਤੋਂ ਪੈਦਾ ਕਿਸੇ ਸਥਿਤੀ ਨਾਲ ਨਿਪਟਣ ਦੇ ਉਦੇਸ਼ ਲਈ ਅਜਿਹਾ ਕਾਨੂੰਨ ਕਰਨਾ ਜ਼ਰੂਰੀ ਹੈ ਜਾਂ ਨਹੀਂ। ਐਸੇ ਕਾਨੂੰਨ ਦੁਆਰਾ ਇਹ ਘੋਸ਼ਿਤ ਕੀਤਾ ਜਾਂਦਾ ਹੈ ਕਿ ਭਾਰਤ ਦੇ ਰਾਜ ਕਿਸੇ ਵੀ ਹਿੱਸੇ ਵਿੱਚ ਮਾਲ ਦੀ ਕਮੀ ਤੋਂ ਪੈਦਾ ਕਿਸੇ ਸਥਿਤੀ ਨਾਲ ਨਿਪਟਣ ਲਈ ਉਦੇਸ਼ ਅਜਿਹਾ ਕਰਨਾ ਜ਼ਰੂਰੀ ਹੈ ਜਾਂ ਨਹੀਂ। 304 ਆਰਟੀਕਲ ਨੰਬਰ ਵਿੱਚ ਤੁਸੀਂ ਦੇਖੋ ਕਿ ਰਾਜ ਵਿਚਕਾਰ ਵਣਜ ਵਪਾਰ ਆਦਿ ਤੇ ਕੀ ਰੋਕਾਂ ਹੁੰਦੀਆਂ ਨੇ ਤੇ ਕੀ ਰੋਕਾਂ ਲਗਾਈਆਂ ਜਾਂਦੀਆਂ ਨੇ ਕਿ ਕਿਸ ਚੀਜ਼ ਨੂੰ ਅਸੀਂ ਕਿੰਨੀ ਰੂਪ ਵਿੱਚ ਦੇਣਾ ਹੈ ਜਾਂ ਨਹੀਂ। ਰਾਜ ਦੇ ਵਿਧਾਨ ਮੰਡਲ ਦੁਆਰਾ ਕਾਨੂੰਨ ਹੋਰ ਰਾਜ ਦੇ ਇੰਪੋਰਟ ਕੀਤਾ ਜਾਂਦਾ ਹੈ। ਕੋਈ ਅਜਿਹਾ ਕਰ ਲਾ ਸਕੇਗਾ ਜੋ ਉਸ ਰਾਜ ਵਿੱਚ ਨਿਸ਼ਚਿਤ ਜਾਂ ਉਤਪਾਦ ਵੈਸੇ ਹੀ ਮਾਲ ਤੇ ਲੱਗਦਾ। ਕੋਈ ਵੀ ਚੀਜ਼ ਅਸੀਂ ਕਿਸੇ ਰਾਜ ਨੂੰ ਇੰਪੋਰਟ ਕਰਨੀਆਂ ਜਾਂ ਭੇਜਣੀਆਂ, ਉਸ ਤੇ ਜੋ ਕਿਸੇ ਪ੍ਰਕਾਰ ਦਾ ਟੈਕਸ ਲੱਗਦਾ ਹੈ ਉਹ ਉਸੇ ਤਰ੍ਹਾਂ ਦਾ ਟੈਕਸ ਮਾਲ ਤੇ ਲਾਇਆ ਜਾ ਸਕਦਾ ਹੈ। ਪਰ ਇਸ ਪ੍ਰਕਾਰ ਦੇ ਉਸ ਨਾਲ ਇਹ ਤਰ੍ਹਾਂ ਆਯਾਤ ਕੀਤੇ ਗਏ ਮਾਮਲੇ ਦੇ ਐਸੇ ਨਿਰਮਤ ਜਾਂ ਉਤਪਾਦਕ ਮਾਲ ਵਿੱਚ ਕੋਈ ਭੇਦ ਭਾਵਨਾ ਹੋਵੇ ਅਤੇ ਉਸ ਰਾਜ ਦੇ ਨਾਲ ਜਾਂ ਉਸ ਰਾਜ ਦੇ ਅੰਦਰ ਵਣਜ ਵਪਾਰ ਦੀ ਸੁਤੰਤਰਤਾ ਹੋਵੇ, ਐਸੇ ਤਰਕਯੁਕਤ ਬੰਧਨ ਲਾ ਸਕੇਗਾ ਜੋ ਲੋਕ ਹਿੱਤ ਵਿੱਚ ਹੋਣ। ਪਰ ਇਹ ਉਦੇਸ਼ਾਂ ਲਈ ਕੋਈ ਬਿੱਲ ਜਾਂ ਸੰਸ਼ੋਧਨ ਰਾਸ਼ਟਰਪਤੀ ਦੀ ਪੂਰਨ ਮਨਜ਼ੂਰੀ ਤੋਂ ਬਿਨਾਂ ਕਿਸੇ ਰਾਜ ਦੀ ਵਿਧਾਨ ਮੰਡਲ ਵਿੱਚ ਮੁੜ ਸਥਾਪਿਤ ਜਾਂ ਪ੍ਰਸਤਾਵਿਤ ਨਹੀਂ ਕੀਤਾ ਜਾ ਸਕਦਾ। ਅਗਰ ਕੋਈ ਵੀ ਬਿੱਲ ਜਾਂ ਸੰਸ਼ੋਧਨ ਮਾਲ ਦੇ ਨਿਰਯਾਤ ਜਾਂ ਆਯਾਤ ਤੇ ਬਣਦਾ ਹੈ ਤਾਂ ਉਸ ਦੇ ਵਿੱਚ ਰਾਸ਼ਟਰਪਤੀ ਦੀ ਪੂਰਨ ਮਨਜ਼ੂਰੀ ਹੋਣੀ ਚਾਹੀਦੀ ਹੈ ਕਿ ਰਾਸ਼ਟਰਪਤੀ ਰਾਜ ਵਿੱਚ ਵਿਧਾਨ ਮੰਡਲ ਵਿੱਚੋਂ ਬਿੱਲ ਭੇਜਦਾ ਹੈ ਤੇ ਫਿਰ ਆਪਣੀ ਪੂਰੀ ਜਾਣਕਾਰੀ ਰਾਜ ਦੇ ਵਿਧਾਨ ਮੰਡਲ ਨੂੰ ਦਿੰਦਾ ਹੈ ਤੇ ਆਪਣੀ ਸਹਿਮਤੀ ਪ੍ਰਗਟ ਕਰਦਾ ਹੈ। ਆਰਟੀਕਲ ਨੰਬਰ 305 ਵਰਤਮਾਨ ਕਾਨੂੰਨਾਂ ਤੇ ਰਾਜ ਦੇ ਏਕ ਅਧਿਕਾਰ ਦੇ ਉਪਲਬਧ ਕਾਰਨ ਆਪਣੇ ਕਾਨੂੰਨਾਂ ਦਾ ਬਚਾਅ।
ਉੱਥੋਂ ਤੱਕ ਦੀ ਸਵਾਏ ਜਿੱਥੇ ਤੱਕ ਰਾਸ਼ਟਰਪਤੀ ਹੁਕਮ ਦੁਆਰਾ ਜਾਂ ਉਂਝ ਨਿਰਦੇਸ਼ ਦੇਵੇ ਕਿ ਆਰਟੀਕਲ 301 303 ਦੀ ਕੋਈ ਗੱਲ ਕਿਸੇ ਵਰਤਮਾਨ ਕਾਨੂੰਨ ਦੀ ਵਿਵਸਥਾ ਉੱਤੇ ਕੋਈ ਪ੍ਰਭਾਵ ਨਹੀਂ ਪਾਵੇਗੀ ਅਤੇ ਆਰਟੀਕਲ 301 ਦੀ ਕੋਈ ਗੱਲ ਚੌਥਾ ਸੰਸ਼ੋਧਨ 1955 ਦੇ ਸ਼ੁਰੂ ਹੋਣ ਤੋਂ ਪਹਿਲਾਂ ਬਣਾਏ ਗਏ ਕਾਨੂੰਨ ਦਾ ਪਰਿਵਰਤਨ ਤੋਂ ਉੱਥੇ ਤੱਕ ਕੋਈ ਪ੍ਰਭਾਵ ਨਹੀਂ ਪਾਵੇਗੀ ਜਿੱਥੇ ਤੱਕ ਕਾਨੂੰਨ ਕਿਸੇ ਅਜਿਹੇ ਵਿਸ਼ੇ ਨਾਲ ਸੰਬੰਧਿਤ ਹੈ ਜੋ ਆਰਟੀਕਲ 19 ਵਿੱਚ ਕਾਨੂੰਨ ਬਣਾਉਣ ਤੋਂ ਸੰਸਦ ਜਾਂ ਕਿਸੇ ਰਾਜ ਦੇ ਵਿਧਾਨ ਮੰਡਲ ਨੂੰ ਨਹੀਂ ਰੋਕੇਗੀ। 306 ਕੁਝ ਰਾਜਾਂ ਦੇ ਵਪਾਰ ਤੇ ਵਣਜ ਵਿੱਚ ਕੋਈ ਰੋਕ ਲਾਉਣ ਦੀ ਸ਼ਕਤੀ ਕਿਸੇ ਵਿਧਾਨ ਮੰਡਲ ਕੋਲ ਨਹੀਂ ਹੋਵੇਗੀ। ਧਾਰਾ 301 ਤੋਂ 304 ਦੇ ਉਦੇਸ਼ਾਂ ਲਈ ਪਾਲਣਾ ਕਰਨ ਤੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਕਰਨ ਲਈ ਸੰਸਦ ਕਾਨੂੰਨ ਦੁਆਰਾ ਐਸੇ ਅਧਿਕਾਰੀ ਨਿਯੁਕਤ ਕਰ ਸਕੇਗੀ ਜੋ ਉਪਰੋਕਤ ਧਾਰਾਵਾਂ ਦੇ ਉਦੇਸ਼ ਪੂਰੇ ਕਰਨ ਲਈ ਸਹੀ ਸਮਝੇ ਅਤੇ ਇਸ ਪ੍ਰਕਾਰ ਨਿਯੁਕਤ ਅਥਾਰਟੀ ਨੂੰ ਅਜਿਹੀਆਂ ਸ਼ਕਤੀਆਂ ਪ੍ਰਦਾਨ ਕਰੇ ਜੋ ਆਪਣਾ ਫਰਜ਼ ਸੌਂਪ ਸਕਦੀ ਹੈ, ਜੋ ਆਪਣਾ ਫਰਜ਼ ਸਮਝ ਸਕਦੀ ਹੈ, ਜੋ ਆਪਣੀ ਜ਼ਿੰਮੇਵਾਰੀਆਂ ਸਹੀ ਤਰ੍ਹਾਂ ਨਿਭਾ ਸਕਦੀ ਹੈ। ਐਸੇ ਕਾਨੂੰਨ ਨੂੰ, ਐਸੇ ਸਥਿਤੀ ਨੂੰ ਜਾਂ ਐਸੇ ਪ੍ਰਸਤਾਵ ਨੂੰ ਆਰਟੀਕਲ 301 ਦੇ ਅਧੀਨ ਪੂਰੇ ਉੱਚ ਅਧਿਕਾਰੀਆਂ ਨੂੰ ਜਾਂ ਜ਼ਿੰਮੇਵਾਰ ਮੈਂਬਰਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ ਜੋ ਆਪਣੀਆਂ ਸੇਵਾਵਾਂ ਸਹੀ ਤਰੀਕੇ ਨਾਲ ਨਿਭਾ ਸਕਦੇ ਹਨ। ਭਾਗ 14 ਸੰਘ ਤੇ ਰਾਜਾਂ ਦੇ ਅਧੀਨ ਸੇਵਾਵਾਂ ਅਧਿਆਇ 1 ਸੇਵਾਵਾਂ ਆਰਟੀਕਲ ਨੰਬਰ 308 ਇਹ ਹਿੱਸੇ ਵਿੱਚ ਜਦ ਤੱਕ ਕਿ ਸੰਦਰਭ ਹੋ ਨਾ ਹੋਵੇ ਜਾਂ ਰਾਜ ਸਟੇਟ ਸ਼ਬਦ ਵਿੱਚ ਜੰਮੂ ਕਸ਼ਮੀਰ ਸ਼ਾਮਲ ਨਹੀਂ। ਆਰਟੀਕਲ ਨੰਬਰ 309 ਸੰਘ ਜਾਂ ਰਾਜ ਦੀ ਸੇਵਾ ਕਰਨ ਵਾਲੇ ਵਿਅਕਤੀਆਂ ਦੀਆਂ ਭਰਤੀਆਂ ਅਤੇ ਸੇਵਾ ਪ੍ਰਤੀ ਕੀ ਸ਼ਰਤਾਂ ਨੇ ਉਹ ਆਰਟੀਕਲ ਨੰਬਰ 309 ਵਿੱਚ ਮਿਲ ਸਕਦੀਆਂ। ਇਸ ਸੰਵਿਧਾਨ ਦੇ ਨਿਯਮਾਂ ਅਧੀਨ ਰਹਿੰਦੇ ਹੋਏ ਸਮੁੱਚਿਤ ਵਿਧਾਨ ਮੰਡਲ ਸੰਘ ਅਤੇ ਰਾਜਾਂ ਦੀਆਂ ਕੋਈ ਸੇਵਾਵਾਂ ਲਈ ਭਾਰਤੀ ਅਤੇ ਸੇਵਾ ਸ਼ਰਤਾਂ ਨਿਯਮਿਤ ਕਰੇਗਾ। ਸੰਘ ਦੇ ਕੰਮਕਾਜ ਕਰਨ ਨਾਲ ਸੰਬੰਧਿਤ ਸੇਵਾਵਾਂ ਅਤੇ ਪਦਾਂ ਦੀ ਦਸ਼ਾ ਵਿੱਚ ਰਾਸ਼ਟਰਪਤੀ ਜਾਂ ਅਜਿਹਾ ਵਿਅਕਤੀ ਜਿਸ ਨੂੰ ਉਹ ਕਹੇ ਅਤੇ ਰਾਜ ਦੇ ਕੰਮਕਾਰ ਨਾਲ ਸੰਬੰਧਿਤ ਸੇਵਾਵਾਂ ਪਦਾਂ ਦੀ ਦਸ਼ਾ ਵਿੱਚ ਰਾਜਪਾਲ ਜਾਂ ਐਸਾ ਵਿਅਕਤੀ ਜਿਸ ਨੂੰ ਉਹ ਨਾਮਜ਼ਦ ਕਰੇ। ਅਜਿਹੀਆਂ ਸੇਵਾਵਾਂ ਤੇ ਪਦਾਂ ਲਈ ਉਹ ਭਰਤੀ ਅਤੇ ਨਿਯੁਕਤ ਵਿਅਕਤੀਆਂ ਦੀ ਸੇਵਾ ਸ਼ਰਤਾਂ ਨੂੰ ਨਿਯਮਿਤ ਕਰਨ ਵਾਲੇ ਨਿਯਮ ਬਣਾਉਣ ਦੇ ਸਮਰੱਥ ਹੋਵੇਗੀ। ਇਸ ਪ੍ਰਕਾਰ ਬਣਾਏ ਗਏ ਨਿਯਮ ਅਤੇ ਅਜਿਹੇ ਕਾਨੂੰਨ ਅਧੀਨ ਰਹਿੰਦੇ ਹੋਏ ਪ੍ਰਭਾਵੀ ਹੋਣਗੇ। ਆਰਟੀਕਲ ਨੰਬਰ 310 ਸੰਘ ਜਾਂ ਰਾਜ ਦੀ ਸੇਵਾ ਕਰਨ ਵਾਲੇ ਵਿਅਕਤੀਆਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਤੇ ਉਹ ਆਪਣੀਆਂ ਸੇਵਾਵਾਂ ਕਿਸ ਤਰ੍ਹਾਂ ਨਿਭਾਉਂਦੇ ਨੇ ਤੇ ਉਹਨਾਂ ਕੋਲ ਕੀ ਸ਼ਕਤੀਆਂ ਹੁੰਦੀਆਂ ਨੇ ਤੇ ਆਰਟੀਕਲ ਨੰਬਰ 310 ਵਿੱਚ ਤੁਸੀਂ ਪੜ੍ਹ ਸਕਦੇ ਹੋ। ਹਰ ਵਿਅਕਤੀ ਜੋ ਰੱਖਿਆ ਸੇਵਾ ਜਾਂ ਸੰਘ ਦੀ ਸਿਵਲ ਸੇਵਾ ਦਾ ਜਾਂ ਅਖਿਲ ਭਾਰਤ ਸੇਵਾ ਦਾ ਮੈਂਬਰ ਹੈ ਜਾਂ ਰੱਖਿਆ ਦੇ ਸੰਬੰਧ ਵਿੱਚ ਕੋਈ ਪਦ ਜਾਂ ਸੰਘ ਦੇ ਅਧੀਨ ਕੋਈ ਸਿਵਲ ਪਦ ਧਾਰਨ ਕਰਦਾ ਹੈ, ਰਾਸ਼ਟਰਪਤੀ ਦੀ ਖੁਸ਼ੀ ਮਰਜ਼ੀ ਨਾਲ ਧਾਰਨ ਕਰਦਾ ਹੈ। ਹਰੇਕ ਵਿਅਕਤੀ ਜੋ ਰਾਜ ਦੇ ਸਿਵਲ ਸੰਘ ਦਾ ਮੈਂਬਰ ਹੈ ਜਾਂ ਰਾਜ ਦੇ ਅਧੀਨ ਕੋਈ ਸਿਵਲ ਪਦ ਧਾਰਨ ਕਰਦਾ ਹੈ, ਉਸ ਰਾਜ ਦੇ ਰਾਜਪਾਲ ਦੀ ਮਰਜ਼ੀ ਖੁਸ਼ੀ ਨਾਲ ਧਾਰਨ ਕਰਦਾ ਹੈ। ਇਸ ਗੱਲ ਦੇ ਹੁੰਦੇ ਹੋਏ ਵੀ ਕਿ ਸੰਘ ਜਾਂ ਕਿਸੇ ਰਾਜ ਦੇ ਅਧੀਨ ਸਿਵਲ ਪਦ ਧਾਰਨ ਕਰਨ ਵਾਲਾ ਵਿਅਕਤੀ ਜਿਵੇਂ ਵੀ ਮਾਮਲਾ ਹੋਵੇ ਰਾਸ਼ਟਰਪਤੀ ਜਾਂ ਰਾਜ ਦੇ ਰਾਜਪਾਲ ਦੀ ਖੁਸ਼ੀ ਪਦ ਧਾਰਨ ਕਰਦਾ ਹੈ। ਕੋਈ ਸਮਝੌਤਾ ਜਿਸ ਦੇ ਅਧੀਨ ਵਿਅਕਤੀ ਜੋ ਰੱਖਿਆ ਸੇਵਾ ਜਾਂ ਅਖਿਲ ਭਾਰਤੀ ਸੇਵਾ ਦਾ ਸੰਘ ਜਾਂ ਰਾਜ ਦੀ ਸਿਵਲ ਸੇਵਾ ਦਾ ਮੈਂਬਰ ਨਹੀਂ ਹੈ, ਐਸੇ ਵਿਅਕਤੀ ਨੂੰ ਕਿਸੇ ਪਦ ਧਾਰਨ ਕਰਨ ਲਈ ਇਸ ਸੰਵਿਧਾਨ ਦੇ ਅਧੀਨ ਨਿਯੁਕਤ ਕੀਤਾ ਜਾਂਦਾ ਹੈ। ਇਸ ਹਾਲਤ ਵਿੱਚ ਜਿਵੇਂ ਹੈ ਰਾਸ਼ਟਰਪਤੀ ਜਾਂ ਰਾਜਪਾਲ
ਵਿਸ਼ੇਸ਼ ਯੋਗਤਾਵਾਂ ਵਾਲੇ ਕਿਸੇ ਵਿਅਕਤੀ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਜ਼ਰੂਰੀ ਸਮਝਦਾ ਹੈ। ਜੇ ਕਰਾਰ ਕੀਤੀ ਗਈ ਮਿਆਦ ਦੇ ਖਾਤਮੇ ਤੋਂ ਪਹਿਲਾਂ ਉਹ ਪਦ ਖਤਮ ਕਰ ਦਿੱਤਾ ਜਾਂਦਾ ਹੈ, ਜੇ ਐਸੇ ਕਾਰਨਾਂ ਕਰਕੇ ਜੋ ਉਸ ਵਿਅਕਤੀ ਦੇ ਮਾੜੇ ਵਤੀਰੇ ਨਾਲ ਸੰਬੰਧਿਤ ਨਹੀਂ, ਉਸ ਨੂੰ ਉਹ ਪਦ ਖਾਲੀ ਕਰਨ ਦੀ ਲੋੜ ਸਮਝੀ ਜਾਂਦੀ ਹੈ ਕਿ ਉਸ ਨੂੰ ਅਜਿਹਾ ਮੁਆਵਜ਼ਾ ਵੀ ਦਿੱਤਾ ਜਾਵੇ। ਆਰਟੀਕਲ ਨੰਬਰ 311 ਵਿੱਚ ਸੰਘ ਜਾਂ ਰਾਜ ਦੇ ਅਧੀਨ ਸਿਵਲ ਹੈਸੀਅਤ ਵਿੱਚ ਨਿਯੁਕਤ ਵਿਅਕਤੀਆਂ ਦਾ ਡਿਸਮਿਸ ਕੀਤੇ ਜਾਣਾ ਜਾਂ ਉਸ ਦੇ ਪਦ ਤੋਂ ਹਟਾਇਆ ਜਾਣਾ ਜਾਂ ਉਸ ਦਾ ਪਦ ਘਟਾਇਆ ਜਾਣਾ ਜਾਂ ਉਸ ਦਾ ਕਾਰਜਕਾਲ ਘਟਾਇਆ ਜਾਣਾ ਕਿਸੇ ਵਿਅਕਤੀ ਨੂੰ ਜੋ ਸੰਘ ਦੀ ਸਿਵਲ ਸੇਵਾ ਜਾਂ ਅਖਿਲ ਭਾਰਤੀ ਸੇਵਾ ਦਾ ਜਾਂ ਰਾਜ ਦੀ ਸਿਵਲ ਸੇਵਾ ਦਾ ਮੈਂਬਰ ਹੈ ਜਾਂ ਸੰਘ ਜਾਂ ਰਾਜਾਂ ਦੇ ਅਧੀਨ ਕੋਈ ਵਿਅਕਤੀ ਪਦ ਧਾਰਨ ਕਰਦਾ ਹੈ ਤਾਂ ਉਸ ਦੀ ਨਿਯੁਕਤੀ ਕਰਨ ਵਾਲੇ ਪਦ ਅਧਿਕਾਰੀ ਦੇ ਹੇਠਲੇ ਕਿਸੇ ਅਧਿਕਾਰੀ ਦੁਆਰਾ ਡਿਸਮਿਸ ਕੀਤਾ ਜਾਂਦਾ ਹੈ ਜਾਂ ਉਸ ਨੂੰ ਕਿਸੇ ਪਦ ਤੋਂ ਹਟਾਇਆ ਜਾ ਸਕਦਾ ਹੈ। ਉਪਰੋਕਤ ਦੇ ਸੰਬੰਧ ਵਿੱਚ ਕੋਈ ਵਿਅਕਤੀ ਡਿਸਮਿਸ ਕੀਤਾ ਜਾਵੇਗਾ ਜਾਂ ਉਸਦੇ ਪਦ ਤੋਂ ਹਟਾਇਆ ਨਹੀਂ ਜਾਵੇਗਾ ਉਦੋਂ ਤੱਕ ਜਦ ਤੱਕ ਉਸ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ, ਜਦ ਤੱਕ ਉਸ ਨੂੰ ਦੋਸ਼ੀ ਜਾਂ ਉਸ ਨੂੰ ਉਸਦੇ ਪਦ ਪ੍ਰਤੀ ਅਯੋਗ ਨਹੀਂ ਸਮਝਿਆ ਜਾਂਦਾ। ਦੋਸ਼ਾਂ ਤੋਂ ਬਚਾਉਣ ਲਈ ਉਸ ਦੀ ਸੁਣਵਾਈ ਨਹੀਂ ਹੁੰਦੀ, ਉਸ ਨੂੰ ਪੂਰਾ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਆਪਣਾ ਪੱਖ ਰੱਖ ਸਕੇ, ਆਪਣੇ ਵਿਚਾਰ ਪੇਸ਼ ਕਰ ਸਕੇ। ਪਰ ਜਿੱਥੇ ਅਜਿਹੀ ਜਾਂਚ ਉਸ ਤੋਂ ਕੋਈ ਐਸੀ ਸਜ਼ਾ ਜੁਰਮਾਨਾ ਦੇਣ ਦਾ ਪ੍ਰਸ਼ਨ ਹੈ, ਉੱਥੇ ਅਜਿਹੀ ਸਜ਼ਾ ਉਸ ਜਾਂਚ ਦੌਰਾਨ ਦਿੱਤੇ ਗਏ ਸਬੂਤ ਦੇ ਆਧਾਰ ਤੇ ਦਿੱਤੀ ਜਾ ਸਕਦੀ ਹੈ ਕਿ ਇਸ ਵਿਅਕਤੀ ਨੂੰ ਕਿੰਨੀ ਸਜ਼ਾ ਦੇਣੀ ਹੈ ਤੇ ਕਿੰਨਾ ਜੁਰਮਾਨਾ ਕਰਨਾ ਹੈ। ਅਜਿਹੇ ਵਿਅਕਤੀ ਨੂੰ ਜੁਰਮਾਨੇ ਦੇ ਸੰਬੰਧ ਵਿੱਚ ਸੁਣਾਈ ਦਾ ਮੌਕਾ ਦੇਣਾ ਜ਼ਰੂਰੀ ਨਹੀਂ ਹੋਵੇਗਾ, ਪਰ ਇਹ ਭਾਗ ਲਾਗੂ ਨਹੀਂ ਹੋਵੇਗਾ ਜਿੱਥੇ ਵਿਅਕਤੀ ਨੂੰ ਕਿਸੇ ਅਪਰਾਧ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਜਾਂ ਜਿੱਥੇ ਉਸ ਨੂੰ ਹਟਾਉਣ ਲਈ ਉਸਦੇ ਪਦ ਤੋਂ ਰੋਕਣ ਲਈ ਅਥਾਰਟੀ ਤੇ ਸੰਤੁਸ਼ਟੀ ਹੋ ਜਾਂਦੀ ਹੈ ਕਿ ਕਿਸੇ ਕਾਰਨ ਕਰਕੇ ਅਜਿਹੀ ਜਾਂਚ ਕਰਨਾ ਅਮਲੀ ਤੌਰ ਤੇ ਭਾਵ ਸੰਭਵ ਨਹੀਂ ਹੈ, ਜਿੱਥੇ ਕਰਮਵਾਰ ਰਾਸ਼ਟਰਪਤੀ ਜਾਂ ਰਾਜਪਾਲ ਸੰਤੁਸ਼ਟ ਨਹੀਂ ਹੋ ਜਾਂਦੀ ਕਿ ਰਾਜ ਦੇ ਸੁਰੱਖਿਆ ਦੇ ਹਿੱਤ ਵਿੱਚ ਹੈ ਕਿ ਜਾਂਚ ਨਾ ਕੀਤੀ ਜਾਵੇ। ਜੇ ਉਪਰੋਕਤ ਬਾਰੇ ਇਸ ਵਿਅਕਤੀ ਦੇ ਸੰਬੰਧ ਵਿੱਚ ਪ੍ਰਸ਼ਨ ਉੱਠਦਾ ਹੈ ਕਿ ਅਜਿਹੀ ਜਾਂਚ ਕਰਨਾ ਅਮਲੀ ਤੌਰ ਤੇ ਸੰਭਵ ਹੈ ਜਾਂ ਅਥਾਰਟੀ ਦਾ ਫੈਸਲਾ ਹੈ ਤਾਂ ਉਸ ਫੈਸਲੇ ਨੂੰ ਅੰਤਮ ਮੰਨਿਆ ਜਾਵੇਗਾ। ਅਖਿਲ ਭਾਰਤੀ ਸੇਵਾਵਾਂ ਜੇ ਰਾਜ ਵਿੱਚ ਹਾਜ਼ਰ ਵੋਟ ਦੇਣ ਵਾਲੇ ਮੈਂਬਰਾਂ ਵਿੱਚੋਂ ਘੱਟੋ ਘੱਟ 1/3 ਮੈਂਬਰਾਂ ਦੁਆਰਾ ਸਮਰਥਨ ਕੀਤੇ ਗਏ ਹੋਣ, ਮਤੇ ਰਾਹੀਂ ਘੋਸ਼ਿਤ ਕੀਤਾ ਜਾਂਦਾ ਹੈ ਕਿ ਰਾਸ਼ਟਰਪਤੀ ਹਿੱਤ ਵਿੱਚ ਅਜਿਹਾ ਕਰਨਾ ਜ਼ਰੂਰੀ ਹੈ ਤਾਂ ਸੰਸਦ ਕਾਨੂੰਨ ਦੁਆਰਾ ਸੰਘ ਜਾਂ ਰਾਜਾਂ ਲਈ ਕਿਸੇ ਜਾਂ ਵੱਧ ਅਖਿਲ ਭਾਰਤੀ ਸੇਵਾਵਾਂ ਇਸ ਤਹਿਤ ਅਖਿਲ ਭਾਰਤੀ ਨਿਆਇਕ ਸੇਵਾਵਾਂ ਹੈ ਬਣਾਉਣ ਲਈ ਕਾਨੂੰਨ ਬਣਾ ਸਕੇਗਾ। ਕਿਸੇ ਅਜਿਹੀ ਸੇਵਾਵਾਂ ਲਈ ਭਾਰਤ ਦੇ ਅਤੇ ਨਿਯੁਕਤ ਵਿਅਕਤੀਆਂ ਦੀਆਂ ਸੇਵਾ ਸ਼ਰਤਾਂ ਬਾਰੇ ਨਿਯਮ ਬਣਾ ਸਕੇਗਾ। ਇਸ ਸੰਬੰਧ ਦੇ ਸ਼ੁਰੂ ਵਿੱਚ ਭਾਰਤੀ ਪ੍ਰਸ਼ਾਸਨ ਸੇਵਾ ਅਤੇ ਭਾਰਤੀ ਪੁਲਿਸ ਸੇਵਾ ਜਾਂ ਨਾਲ ਸੰਬੰਧਿਤ ਜਾਂਦੀਆਂ ਸੇਵਾਵਾਂ ਇਸ ਆਰਟੀਕਲ ਦੇ ਅਧੀਨ ਪੈਦਾ ਕੀਤੀਆਂ ਸਮਝੀਆਂ ਜਾਣਗੀਆਂ। ਨਿਆਇਕ ਸੇਵਾਵਾਂ ਦੇ ਮਾਮਲੇ ਵਿੱਚ ਜ਼ਿਲ੍ਹੇ ਦੇ ਜੱਜ ਤੋਂ ਘੱਟ ਪਦ ਜਾਂ ਜੱਜ ਸ਼ਾਮਲ ਨਹੀਂ ਹੋਵੇਗਾ। ਕੁਝ ਅਧਿਕਾਰੀਆਂ ਦੀਆਂ ਸੇਵਾ ਸ਼ਰਤਾਂ ਸੇਵਾਵਾਂ ਦੇ ਪਰਿਵਰਤਨ ਕਰਨ ਜਾਂ ਉਹਨਾਂ ਨੂੰ ਅਲੱਗ-ਅਲੱਗ ਕਰਨ ਲਈ ਸੰਸਦ ਕੋਲ ਸ਼ਕਤੀ ਹੈ ਜਾਂ ਉਹ ਕਾਨੂੰਨ ਬਣਾ ਕੇ ਅਜਿਹਾ ਕਰ ਸਕਦੀ ਹੈ। ਅਸਥਾਈ ਆਰਜੀ ਵਿਵਸਥਾ ਜਦ ਤੱਕ ਸੰਵਿਧਾਨ ਦੇ ਅੰਦਰ ਇਸ ਬਾਰੇ ਹੋਰ ਵਿਵਸਥਾ ਨਹੀਂ ਕੀਤੀ ਜਾਂਦੀ ਤਦ ਤੱਕ ਅਜਿਹੇ ਸਾਰੇ ਕਾਨੂੰਨ ਜੋ ਸੰਵਿਧਾਨ ਦੇ ਸ਼ੁਰੂ ਤੋਂ ਠੀਕ ਪਹਿਲਾਂ ਲਾਗੂ ਸਨ ਅਤੇ ਕਿਸੇ ਐਸੀ ਲੋਕ ਸੇਵਾ ਜਾਂ ਕਿਸੇ ਐਸੇ ਪਦ ਨੂੰ ਜੋ ਸੰਵਿਧਾਨ ਦੇ ਸ਼ੁਰੂ ਹੋਣ ਤੋਂ ਪਿੱਛੋਂ ਅਖਿਲ ਭਾਰਤੀ ਸੇਵਾ ਦੇ ਜਾਂ ਸੰਘ ਜਾਂ ਕਿਸੇ ਰਾਜ ਦੇ ਅਧੀਨ ਸੇਵਾ ਜਾਂ ਪਦ ਦੇ ਰੂਪ ਵਿੱਚ ਬਣਿਆ ਰਹਿੰਦਾ ਹੈ ਲਾਗੂ ਹੈ, ਉੱਥੇ ਤੱਕ ਲਾਗੂ ਰਹੇਗੀ ਜਿੱਥੇ ਤੱਕ ਸੰਵਿਧਾਨ ਦੀ ਵਿਵਸਥਾ ਅਨੁਸਾਰ ਇਹ ਕਾਨੂੰਨ ਬਣਾਏ ਗਏ ਹਨ ਤੇ ਇਸ ਸੰਵਿਧਾਨ ਦੇ ਵਿੱਚ ਜੋ ਉਸ ਕਾਨੂੰਨਾਂ ਪ੍ਰਤੀ ਸ਼ਕਤੀਆਂ ਨੇ ਉਹ ਦਰਸਾਈਆਂ ਗਈਆਂ ਹਨ, ਉਹਨਾਂ ਦੁਆਰਾ ਹੀ ਸਭ ਸਮਝੌਤੇ, ਸਭ ਸ਼ਰਤਾਂ, ਸਭ ਨਿਯਮ ਲਾਗੂ ਹਨ। ਸੋ ਤੁਹਾਨੂੰ ਅਸੀਂ ਭਾਰਤ ਦੇ ਸੰਵਿਧਾਨ ਦੇ
ਹੁਣ ਤੱਕ 313 ਆਰਟੀਕਲ ਪੜ੍ਹ ਕੇ ਸੁਣਾਏ ਨੇ। ਅਧਿਆਇ 2 ਲੋਕ ਸੇਵਾ ਕਮਿਸ਼ਨ ਅਸੀਂ ਤੁਹਾਨੂੰ ਕੱਲ ਪੜ੍ਹ ਕੇ ਸੁਣਾਵਾਂਗੇ। ਸੋ ਇੱਕ ਬੇਨਤੀ ਅਸੀਂ ਵੀਡੀਓ ਦੇ ਖਤਮ ਹੋਣ ਤੇ ਹਰ ਰੋਜ਼ ਕਰਦੇ ਹਾਂ ਕਿ ਕੁਝ ਲੋਕਾਂ ਦੀ ਸੋਚ ਹੈ ਕਿ ਭਾਰਤ ਦਾ ਸੰਵਿਧਾਨ ਕਿਸੇ ਜਾਤੀ, ਕਿਸੇ ਧਰਮ ਜਾਂ ਕਿਸੇ ਮਜ਼ਹਬ ਨਾਲ ਰਿਲੇਟਡ ਹੈ। ਹੱਥ ਜੋੜ ਕੇ ਇਹੀ ਬੇਨਤੀ, ਇਹ ਅਪੀਲ ਤੁਹਾਡੇ ਚਰਨਾਂ ਵਿੱਚ ਕਰਦੇ ਹਾਂ ਕਿ ਭਾਰਤ ਦਾ ਸੰਵਿਧਾਨ ਕਿਸੇ ਜਾਤੀ, ਕਿਸੇ ਧਰਮ, ਕਿਸੇ ਮਜ਼ਹਬ ਨਾਲ ਸੰਬੰਧਿਤ ਨਹੀਂ ਹੈ। ਭਾਰਤ ਦਾ ਸੰਵਿਧਾਨ ਤੁਹਾਡੇ ਲੋਕਾਂ ਦੇ, ਤੁਹਾਡੇ ਆਪਣੇ ਹਿੱਤਾਂ, ਤੁਹਾਡੇ ਆਪਣੇ ਹੱਕਾਂ ਦੀ ਰਾਖੀ ਲਈ ਬਣਾਇਆ ਗਿਆ ਹੈ। ਇਸ ਸੰਵਿਧਾਨ ਦੇ ਵਿੱਚ ਡਾਕਟਰ ਸਾਹਿਬ ਬਾਬਾ ਭੀਮਰਾਓ ਅੰਬੇਦਕਰ ਸਾਹਿਬ ਨੇ ਤੁਹਾਨੂੰ ਬਰਾਬਰ ਦੇ ਹੱਕ ਲੈ ਕੇ ਦਿੱਤੇ ਨੇ ਤਾਂ ਕਿ ਤੁਸੀਂ ਆਪਣੇ ਹੱਕਾਂ ਪ੍ਰਤੀ, ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋ ਸਕੋ ਤੇ ਇਸ ਭਾਰਤ ਦੇ ਸੰਵਿਧਾਨ ਦੇ ਅੰਦਰ ਜੋ ਲਿਖਿਆ ਹੈ ਉਸ ਨੂੰ ਪੜ੍ਹ ਕੇ ਆਪਣੇ ਹੱਕਾਂ ਦੀ ਰੱਖਿਆ ਕਰ ਸਕੋ ਤੇ ਸਮਾਜ ਪ੍ਰਤੀ ਜਾਣੂ ਹੋ ਸਕੋ ਕਿ ਇਸ ਸੰਵਿਧਾਨ ਦੇ ਵਿੱਚ ਤੁਹਾਨੂੰ ਕੀ ਹੱਕ ਲੈ ਕੇ ਦਿੱਤੇ ਨੇ ਕਿ ਭਾਰਤ ਦੇ ਅੰਦਰ ਰਹਿੰਦੇ ਹੋਏ, ਕਿਸੇ ਰਾਜ ਦੇ ਅੰਦਰ ਰਹਿੰਦੇ ਹੋਏ ਤੁਹਾਨੂੰ ਕਿਸ ਹੱਕਾਂ ਪ੍ਰਤੀ ਲੜਨ ਦੀ ਜ਼ਰੂਰਤ ਪੈਂਦੀ ਹੈ। ਸੋ ਕੋਸ਼ਿਸ਼ ਕਰੋ ਭਾਰਤ ਦੇ ਸੰਵਿਧਾਨ ਨੂੰ ਪਰਾਇਆ ਨਾ ਕਰੋ, ਇਹ ਤੁਹਾਡਾ ਆਪਣਾ, ਇਸ ਨੂੰ ਅਪਣਾਓ। ਇਸ ਦੇ ਵਿੱਚ ਜੋ ਵੀ ਆਰਟੀਕਲ ਲਿਖੇ ਨੇ ਉਸਨੂੰ ਪੜ੍ਹੋ। ਜ਼ਰੂਰੀ ਨਹੀਂ ਤੁਸੀਂ ਕਿਸੇ ਬੁੱਕਸ ਜਾਂ ਕਿਸੇ ਭਾਰਤ ਦੇ ਸੰਵਿਧਾਨ ਦੇ ਵਿੱਚੋਂ ਹੀ ਪੜ੍ਹਨਾ। ਹੁਣ ਤੱਕ ਤੁਹਾਡੇ ਕੋਲ ਬੜੀਆਂ ਸਹੂਲਤਾਂ ਨੇ, ਮੋਬਾਈਲਾਂ ਰਾਹੀਂ, ਇੰਟਰਨੈਟ ਦੇ ਸਾਧਨ ਰਾਹੀਂ ਕਿਸੇ ਵੀ ਲੈਂਗੁਏਜ, ਕਿਸੇ ਵੀ ਭਾਸ਼ਾ ਵਿੱਚ, ਕਿਸੇ ਵੀ ਬੋਲੀ ਵਿੱਚ ਤੁਸੀਂ ਭਾਰਤ ਦੇ ਸੰਵਿਧਾਨ ਨੂੰ ਪੜ੍ਹ ਸਕਦੇ ਹੋ। ਆਪਣੇ ਬੱਚਿਆਂ ਦੀ ਨਿੱਜੀ ਜ਼ਿੰਦਗੀ ਵਿੱਚ ਇਸ ਭਾਰਤ ਦੇ ਸੰਵਿਧਾਨ ਨੂੰ ਸ਼ਾਮਲ ਕਰੋ। ਭਾਰਤ ਦਾ ਸੰਵਿਧਾਨ ਤੁਹਾਡਾ। ਸੋ ਅਗਲੇ ਵੀਡੀਓ ਵਿੱਚ ਕੱਲ੍ਹ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।